ਰਾਜਨੀਤਿਕ ਦੇ ਵਿੱਚ ਕਿਹੜੀ ਪਾਰਟੀ ਕਿਹੜੀ ਪਾਲਿਸੀ ਚੇਂजेस ਲਿਆਉਂਦੀ ਆ, ਖਾਸ ਕਰਕੇ ਜੇ ਮੋਦੀ ਸਾਹਿਬ ਦੀ ਗੱਲ ਕਰੀਏ ਜਾਂ ਹਕੂਮਤ ਚ ਰਾਜ ਕਰ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ, ਜਿੱਦਾਂ SYL ਦੀ ਰਾਜਨੀਤੀ ਖੇਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਦੀ ਗੱਲ ਕਰੀਏ, ਉਹਦਾ ਉੱਥੋਂ ਦੇ ਵੋਟਰਸ ਤੇ ਕੀ ਫਰਕ ਪੈਂਦਾ ਹੈ। ਦਲਰਾਜ ਸਿੰਘ ਜੀ ਨੇ ਡੀਮੋਨੇਟਾਈਜੇਸ਼ਨ ਦੀ ਗੱਲ ਕੀਤੀ ਸੀ। ਕਿਤੇ ਨਾ ਕਿਤੇ ਜ਼ਮੀਨੀ ਪੱਧਰ ਤੇ ਭਾਵੇਂ ਲੋਕਾਂ ਨੂੰ ਦਿੱਕਤ ਆ ਰਹੀ ਹੈ, ਪਰ ਮੋਦੀ ਸਾਹਿਬ ਦੇ ਹੱਕ ਵਿੱਚ ਲੋਕ ਕਾਫੀ ਜ਼ਿਆਦਾ ਮੋਦੀ ਸਾਹਿਬ ਦੇ ਇਸ ਫੈਸਲੇ ਨੂੰ ਸਪੋਰਟ ਦਿੰਦੇ ਆ ਰਹੇ ਨੇ। ਸਾਡੀ ਹੁਣ ਤੱਕ ਦੇ ਪੋਲ ਚ ਅਸੀਂ ਕਈ ਵਾਰ ਮੈਂਸ਼ਨ ਕਰ ਚੁੱਕੇ ਹਾਂ, ਕਈ ਲੋਕਾਂ ਨੇ ਇਹ ਤੱਕ ਬਿਆਨ ਦਿੱਤੇ ਨੇ ਕਿ ਅਸੀਂ ਮੋਦੀ ਸਾਹਿਬ ਨੂੰ ਵੋਟ ਪਾਉਣੀ ਆ, ਭਾਵੇਂ ਉੱਥੇ BJP ਦਾ ਕੈਂਡੀਡੇਟ ਨਹੀਂ ਖੜਾ ਹੁੰਦਾ, ਉਹਨਾਂ ਨੇ ਸਿਰਫ ਮੋਦੀ ਸਾਹਿਬ ਦੇ ਕਾਰਨ ਸ਼੍ਰੋਮਣੀ ਅਕਾਲੀ ਦਲ ਨੂੰ ਚੂਜ਼ ਕੀਤਾ ਵਾ। ਬਠਿੰਡਾ ਪਿੰਡੂ ਏਰੀਆ ਦੇ ਵਿੱਚ ਵੀ ਸਾਨੂੰ ਇਹ ਚੀਜ਼ਾਂ ਵੇਖਣ ਨੂੰ ਆਈਆਂ ਨੇ ਤੇ ਆਉਣ ਵਾਲੇ 2-3 ਮਹੀਨੇ ਦੇ ਵਿੱਚ ਕਿਹੜੀ ਰਾਜਨੀਤਿਕ ਪਾਰਟੀ ਕਿਹੜੇ ਮੁੱਦੇ ਤੇ ਰਾਜਨੀਤੀ ਕਰਦੀ ਹੈ, ਇਹ ਕਾਫੀ ਅਹਿਮ ਸਾਬਿਤ ਹੋਏਗੀ। ਤੇ ਸ਼ਾਇਦ ਅਜੇ ਤੱਕ ਜੋ ਫੈਕਟਰਸ ਜਾਂ ਜੋ ਸਾਡੇ ਸਾਹਮਣੇ ਗਰਾਊਂਡ ਜ਼ੀਰੋ ਤੋਂ ਰਿਪੋਰਟ ਆ ਰਹੀ ਹੈ, ਕਿਤੇ ਨਾ ਕਿਤੇ BJP ਜਾਂ ਫਿਰ ਅਕਾਲੀ ਦਲ ਦੇ ਵੱਲ ਮੋਦੀ ਸਾਹਿਬ ਦੇ ਇਸ ਮਾਸਟਰ ਸਟ੍ਰੋਕ ਦੇ ਕਾਰਨ ਝੁਕਾਓ ਵੋਟਰਸ ਦਾ ਝੁਕਦਾ ਸਾਨੂੰ ਦਿਖ ਰਿਹਾ ਵਾ। जी बिल्कुल मैं एग्री हाँ तुहाडे नाल। अकाली दल जे आपां ना भी कहिए तां भी जिहड़ी शहरी वोट हैगी है, बहुत गिनती शहरी ते कुछ हद तक पेंडू वोट भी वो डेफिनेटली BJP वाल झुकदी पई है। लोकी चाहे लाइनां ते लगदे पए है, लोकी चाहे परेशान है, लोकां कोल चाहे पैसे नहीं हैगे, तां भी किते ना किते वो गल जिहड़ी कि हाँ मोदी साहब का फैसला बिल्कुल ठीक है, इहदे नाल ब्लैक मनी खत्म होएगी, इहदे नाल जिहड़ी फेक मनी वो खत्म होएगी, इहदे नाल टैरिज्म नूं ठल पएगी। वो सारियां चीज़ां लोकां दे मनां दे विच बैठ चुकीआं वा। 100% नहीं 200% ਉਹਦਾ ਫਾਇਦਾ BJP ਦੇ ਜਿੱਥੇ ਵੀ ਕੈਂਡੀਡੇਟ ਖੜੇ ਹੋਣਗੇ ਉੱਥੇ ਉਹਦਾ ਫਾਇਦਾ ਹੋਏਗਾ। ਇੱਕ ਬਹੁਤ ਵੱਡਾ ਤਬਕਾ ਜਿਹੜਾ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਐਂਟੀ ਕਰਪਸ਼ਨ ਪਾਰਟੀ ਮੰਨਦਾ ਪਿਆ ਸੀਗਾ, ਉਹ ਹੁਣ ਤਬਕਾ ਡੈਫੀਨੇਟਲੀ BJP ਦੇ ਪਾਲੇ ਦੇ ਵਿੱਚ ਆ ਗਿਆ। ਇਹ ਮੁੱਦਾ ਜਿਹੜਾ ਹੈਗਾ ਇਹ ਹੈ ਵੀ ਬਹੁਤ ਵੱਡਾ ਸੀ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਕੋਈ ਵੀ ਉਦਮ ਨਹੀਂ ਸੀ ਕੀਤਾ, ਉਹਦੇ ਬਾਵਜੂਦ ਉਹਨਾਂ ਦੇ ਹੱਕ ਚ ਲਹਿਰ ਬਣ ਗਈ ਸੀ। ਭਾਵੇਂ ਉਹ ਉਸ ਨੂੰ ਉਸ ਪੱਧਰ ਤੇ ਮੇਨਟੇਨ ਨਹੀਂ ਰੱਖ ਸਕੇ ਹੈਗੇ, ਉਹ ਇੱਕ ਵੱਖਰੇ ਕਾਰਨ ਹੋ ਸਕਦੇ ਨੇ। ਉਹਦਾ ਕਾਰਨ ਇੱਕੋ ਸੀ ਕਿ ਜੋ ਐਸਟੈਬਲਿਸ਼ਮੈਂਟ ਚਲੀ ਆ ਰਹੀ ਸੀ ਉਹਦੀਆਂ ਖਾਮੀਆਂ, ਉਹਦੀਆਂ ਇਹੋ ਜਿਹੀਆਂ ਨੀਤੀਆਂ ਜਿਹਦੇ ਚ ਆਮ ਲੋਕ ਜਿਹੜੇ ਹੈਗੇ ਉਹ ਜ਼ਿਆਦਾ ਪਰੇਸ਼ਾਨ ਹੁੰਦੇ ਸੀ। ਉਸੇ ਤਰ੍ਹਾਂ ਹੀ ਬਲੈਕ ਮਨੀ ਦੀ ਜਿਹੜੀ ਪੈਰਲਲ ਇਕਨੋਮੀ ਹੈ, ਇਹਦੇ ਬਾਰੇ ਤਕਰੀਬਨ ਲੋਕੀ, ਪਿੰਡੂ ਲੋਕ ਵੀ ਸ਼ਹਿਰੀ ਲੋਕੀ ਵੀ ਜਾਗਰੂਕ ਨੇ, ਕਿਉਂਕਿ ਪਿੰਡਾਂ ਦੇ ਵਿੱਚ ਵੀ ਕੋਈ ਲੈਣ ਦੇਣ ਹੋਵੇ ਤਾਂ ਉੱਥੇ ਵੀ 2 ਨੰਬਰ 'ਚ ਪੈਸਾ ਦਿੱਤਾ ਜਾਂਦਾ ਹੈ। ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਜਦੋਂ ਲੋਕਾਂ ਨੂੰ ਇਹ ਲੱਗਿਆ ਕਿ ਮੋਦੀ ਸਾਹਿਬ ਇਹੋ ਜਿਹੀ ਕੋਈ ਇੱਕ ਨਵੀਂ ਰਾਜਨੀਤਿਕ ਤੌਰ ਤੇ ਉਦਮ ਕਰ ਰਹੇ ਨੇ ਜਿਹਦੇ ਨਾਲ ਇਹ ਬਲੈਕ ਜਿਹੜੀ ਇਕਨੋਮੀ ਹੈ ਇਹ ਕਾਬੂ ਆ ਸਕਦੀ ਹੈ, ਤੇ ਇਹਨੂੰ ਉਸੇ ਤਰ੍ਹਾਂ ਹੀ ਪ੍ਰਭਾਵਿਤ ਕੀਤਾ ਲੋਕਾਂ ਨੂੰ ਜਿਵੇਂ ਪਹਿਲਾਂ ਐਂਟੀ ਕਰਪਸ਼ਨ ਦੀ ਲਹਿਰ ਨੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਸੀ ਤੇ ਉਹਨਾਂ ਨੂੰ ਆਮ ਆਦਮੀ ਪਾਰਟੀ ਵੱਲ ਮੋੜਿਆ ਸੀ। ਉਸੇ ਤਰ੍ਹਾਂ ਦਾ ਹੀ ਪ੍ਰਭਾਵ ਇਹਦਾ ਵੀ ਵੇਖਣ ਨੂੰ ਮਿਲ ਸਕਦਾ ਹੈ, ਜਿਹੜੀ ਮੋਦੀ ਸਾਹਿਬ ਨੇ ਜਿਹੜਾ ਇਹ ਡੀਮੋਨੇਟਾਈਜੇਸ਼ਨ ਵਾਲੀ ਜਿਹੜੀ ਗੱਲ ਕੀਤੀ ਹੈ। I think ਅਜੀਤ ਜੀ ਨੇ ਬੜਾ ਵਧੀਆ ਇੱਕ ਪੁਆਇੰਟ ਚੁੱਕਿਆ ਵਾ ਕਿ ਜੋ ਕਰਪਸ਼ਨ ਦੀ ਇੱਕ ਲਹਿਰ ਚਲਾਈ ਸੀ ਅਰਵਿੰਦ ਕੇਜਰੀਵਾਲ ਸਾਹਿਬ ਨੇ ਅੰਨਾ ਹਜ਼ਾਰੇ ਦੇ ਅੰਦੋਲਨ ਤੋਂ ਬਾਅਦ, ਉਹਦਾ ਜੋ ਸਾਨੂੰ ਦਿੱਲੀ ਵਿੱਚ ਰਿਜ਼ਲਟ ਵੇਖਣ ਨੂੰ ਮਿਲਿਆ ਕਾਫੀ ਜ਼ਿਆਦਾ ਪੋਜ਼ਿਟਿਵ ਸੀ। ਆਮ ਆਦਮੀ ਪਾਰਟੀ ਦੀ ਜੋ ਇੱਕ ਸ਼ਾਨਦਾਰ ਜਿੱਤ ਦਿੱਲੀ ਵਿੱਚ ਵੇਖਣ ਨੂੰ ਮਿਲੀ, ਉਹਦਾ ਤੇ ਸ਼ਾਇਦ ਦਿੱਲੀ ਦੇ ਇਤਿਹਾਸ ਵਿੱਚ ਏਦਾਂ ਪਹਿਲੀ ਵਾਰ ਹੋਇਆ ਸੀ। ਪਰ ਜੋ ਅਜੀਤ ਜੀ ਕਹਿ ਰਹੇ ਨੇ ਕਿ ਉਹ ਲਹਿਰ ਵਾਪਸ ਮੋਦੀ ਸਾਹਿਬ ਚਲਾਉਣ ਦੀ ਕੋਸ਼ਿਸ਼ ਕਰ ਰਹੇ ਆ। ਜੇ ਮੈਂ ਗਰਾਊਂਡ ਜ਼ੀਰੋ ਦੀ ਗੱਲ ਕਰਾਂ ਤੇ ਸ਼ਬਦੀਸ਼ ਜੀ ਬਾਰ-ਬਾਰ ਆਂਦੇ ਹੁੰਦੇ ਆ ਕਿ ਕਰਪਸ਼ਨ ਹਟਾਉਣ ਦੀ ਗੱਲ ਕੀਤੀ ਜਾਂਦੀ ਆ, ਪਰ ਕਰਪਸ਼ਨ ਕਿੱਥੋਂ ਆਉਂਦੀ ਆ ਉਹਦੀ ਗੱਲ ਕੋਈ ਨਹੀਂ ਕਰਦਾ। ਪਰ ਜੇ ਮੋਦੀ ਸਾਹਿਬ ਦੇ ਇਸ ਮਾਸਟਰ ਸਟ੍ਰੋਕ ਦੀ ਗੱਲ ਕਰਾਂ ਤੇ ਕਿਤੇ ਨਾ ਕਿਤੇ ਲੋਕ ਇਹ ਗੱਲ ਕਹਿੰਦੇ ਆ ਕਿ ਇਹਦੇ ਨਾਲ ਕਰਪਸ਼ਨ ਘੱਟ ਹੋਊਗੀ। ਸ਼ਬਦੀਸ਼ ਜੀ ਤੁਹਾਡੇ ਤੋਂ ਹੀ ਸ਼ੁਰੂ ਕਰੂੰਗਾ, ਕੀ ਤੁਹਾਨੂੰ ਲੱਗਦਾ ਹੈ ਮੋਦੀ ਸਾਹਿਬ ਇਸ ਡੀਮੋਨੇਟਾਈਜੇਸ਼ਨ ਦੇ ਨੋਟਬੰਦੀ ਦੇ ਮੁੱਦੇ ਨਾਲ ਇੱਕ ਲਹਿਰ ਚਲਾ ਪਾਉਣਗੇ ਤੇ ਆਪਣੇ ਵੱਲ ਵੋਟਾਂ ਖਿੱਚ ਪਾਉਣਗੇ? ਕੀ ਮੋਦੀ ਸਾਹਿਬ ਆਉਣ ਵਾਲੇ 2 ਮਹੀਨੇ ਤੱਕ ਉਹ ਸ਼ਾਨਦਾਰ ਜਿੱਤ ਯੂਪੀ ਅਤੇ ਪੰਜਾਬ
ਦੋਵਾਂ ਵਿੱਚ ਦਰਜ ਕਰ ਪਾਉਣਗੇ ਜੋ ਦਿੱਲੀ ਵਿੱਚ ਕਮਾਲ ਆਮ ਆਦਮੀ ਪਾਰਟੀ ਨੇ ਕਰਕੇ ਦਿਖਾਇਆ ਸੀ? ਹਰਪ੍ਰੀਤ ਜੀ, ਜੇ ਤਾਂ ਫੌਰੀ ਤੌਰ ਤੇ ਗੱਲ ਕਹਿਣੀ ਹੋਵੇ ਭ੍ਰਿਸ਼ਟਾਚਾਰ ਦੇ ਸਵਾਲ ਉੱਤੇ, ਤਾਂ ਇੱਕ ਤਰ੍ਹਾਂ ਨਾਲ ਇਸ ਨੁਕਤੇ ਨੇ ਆਮ ਆਦਮੀ ਪਾਰਟੀ ਕੋਲੋਂ ਭ੍ਰਿਸ਼ਟਾਚਾਰ ਦੇ ਵਿਰੋਧ ਦਾ ਮੁੱਦਾ ਹੀ ਖੋਹ ਲਿਆ। ਲੋਕਾਂ ਨੂੰ ਇਹ ਲੱਗਦਾ ਵਾ ਕਿ ਆਮ ਆਦਮੀ ਪਾਰਟੀ ਨੇ ਤਾਂ ਵਾਅਦੇ ਕੀਤੇ ਸੀ, ਨਰਿੰਦਰ ਮੋਦੀ ਸਰਕਾਰ ਨੇ ਤਾਂ 1000 ਤੇ 500 ਦੇ ਨੋਟਾਂ ਤੇ ਪਾਬੰਦੀ ਲਾ ਕੇ ਇੱਕ ਤਰ੍ਹਾਂ ਨਾਲ ਭ੍ਰਿਸ਼ਟਾਚਾਰ ਦੇ ਉੱਤੇ ਬਹੁਤ ਵੱਡਾ ਵਾਰ ਕਰ ਦਿੱਤਾ। ਇਹ ਜਿਹੜਾ ਵਾਰ ਉਹਨਾਂ ਨੇ ਕੀਤਾ ਇਹ ਚੋਣਾਂ ਤੱਕ ਜਾ ਕੇ ਕਿੰਨਾ ਨਿਭਦਾ ਨਹੀਂ ਨਿਭਦਾ, ਇਹਦੇ ਬਾਰੇ ਆਪਾਂ ਫੌਰੀ ਤੌਰ ਤੇ ਕੁਝ ਨਹੀਂ ਕਹਿ ਸਕਦੇ। ਜਿਵੇਂ ਮੈਂ ਪਹਿਲਾਂ ਵੀ ਕਈ ਵਾਰੀ ਕਹਿ ਚੁੱਕਾ ਕਿ ਮੁੱਦੇ ਇਮੋਸ਼ਨਲ ਇਸ਼ੂ ਕੋਈ ਖੜਾ ਹੋ ਜਾਵੇ ਤੇ ਇੱਕ ਰਾਤੋਂ ਰਾਤ ਵੀ ਬਦਲ ਜਾਂਦੇ ਨੇ। ਇਸੇ ਕਰਕੇ ਪੰਜਾਬ ਦੇ ਵਿੱਚ ਤਾਂ ਅਕਸਰ ਲੋਕੀ ਕਹਿ ਦਿੰਦੇ ਨੇ ਕਿ ਦੇਖਣਾ ਇਹ ਵੀ ਪਵੇਗਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਆਖਰੀ ਦਿਨਾਂ ਦੇ ਵਿੱਚ ਕੀ ਗੋਟੀ ਫਿੱਟ ਕਰਦੇ ਨੇ। ਸ਼ਾਇਦ ਇਸੇ ਕਰਕੇ ਕਹਿਣਾ ਬਣਦਾ, ਅਦਰਵਾਈਜ਼ ਜੇ ਸੱਚਮੁੱਚ ਚੋਣਾਂ ਕਿਸੇ ਨੁਕਤੇ ਤੇ ਹੋਣ, ਕਿਸੇ ਸਿਧਾਂਤ ਤੇ ਹੋਣ, ਕਿਸੇ ਆਈਡੀਓਲੋਜੀ ਤੇ ਹੋਣ, ਤਾਂ ਕਦੇ ਇਹ ਸਵਾਲ ਨਾ ਪੈਦਾ ਹੋਵੇ ਕਿ ਆਖਰੀ ਦਿਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੀ ਕਰਨਗੇ। ਅਗਲੀ ਗੱਲ ਜਿਹੜੀ ਮੈਂ ਇਹ ਕਹਿਣੀ ਚਾਹੁੰਦਾ ਕਿ ਇਹ ਇੱਕ ਸੱਚਾਈ ਹੈ ਕਿ ਇਸ ਮੁੱਦੇ ਨੇ ਲੋਕਾਂ ਨੂੰ ਪ੍ਰਭਾਵਿਤ ਕੀਤਾ। ਇਹ ਵੀ ਇੱਕ ਸੱਚਾਈ ਹੈ ਕਿ ਬੀਬੀ ਮਮਤਾ ਬੈਨਰਜੀ ਤੇ ਅਰਵਿੰਦ ਕੇਜਰੀਵਾਲ ਤੋਂ ਬਿਨਾਂ ਦੇਸ਼ ਦੀ ਕੋਈ ਵੀ ਪਾਰਟੀ ਨਹੀਂ ਹੈ ਜਿਹੜੀ ਇਹ ਕਹਿੰਦੀ ਹੋਵੇ ਕਿ ਇਸ ਮੁੱਦੇ ਨੂੰ ਵਾਪਸ ਲੈ ਲਿਆ ਜਾਵੇ। ਪਰ ਦੇਸ਼ ਦੇ ਵਿੱਚ ਬਹੁਤ ਵੱਡੀ ਪੱਧਰ ਦੇ ਉੱਤੇ ਇਹ ਵੀ ਇੱਕ ਸੱਚਾਈ ਹੈ ਕਿ ਲੋਕਾਂ ਦੇ ਅੰਦਰ ਇਹ ਭਾਵਨਾ ਹੈ ਕਿ ਕੀ ਸਰਕਾਰ ਇਹਨੂੰ ਪੂਰੀ ਤਿਆਰੀ ਨਾਲ ਕਰ ਸਕੀ ਜਾਂ ਨਹੀਂ। ਬੜੀਆਂ ਦਲੀਲਾਂ ਦਿੱਤੀਆਂ ਜਾਂਦੀਆਂ ਨੇ ਕਿ ਇਦਾਂ ਹੀ ਹੋਣਾ ਸੀ, ਪਰ ਮੈਨੂੰ ਨਹੀਂ ਲੱਗਦਾ ਕਿ ਇਦਾਂ ਹੀ ਹੋਣਾ ਸੀ। ਜਿਹੜੀ ਸਰਕਾਰ ਕਹਿੰਦੀ ਅਸੀਂ 10 ਮਹੀਨੇ ਤਿਆਰੀ ਕੀਤੀ ਹੈ, ਘੱਟੋ ਘੱਟ ਉਸ ਸਰਕਾਰ ਨੂੰ ਅਗਲੇ 10 ਦਿਨਾਂ ਦੇ ਵਿੱਚ, 12 ਦਿਨਾਂ ਦੇ ਵਿੱਚ 12 ਜਾਂ 13 ਵਾਰ ਆਪਣੇ ਫੈਸਲੇ ਨਹੀਂ ਸੀ ਬਦਲਣੇ ਚਾਹੀਦੇ। ਮੈਂ ਇਹ ਨਹੀਂ ਕਹਿੰਦਾ ਕਿ ਨਵੀਂ ਸਮੱਸਿਆ ਪੈਦਾ ਹੋਣ ਤੇ ਤੁਸੀਂ ਨਵਾਂ ਕੋਈ ਸਟੈਂਡ ਨਹੀਂ ਸੀ ਲੈਣਾ, ਪਰ ਕੁਝ ਗੱਲਾਂ ਜ਼ਰੂਰ ਨੇ ਜਿਹੜੀਆਂ ਲੋਕਾਂ ਦੀ ਆਸਾਨੀ ਨਾਲ ਸਮਝ ਦੇ ਵਿੱਚ ਆਉਂਦੀਆਂ ਨੇ। ਲੋਕਾਂ ਨੂੰ ਉਹਨਾਂ ਨੁਕਤਿਆਂ ਬਾਰੇ ਜ਼ਰੂਰ ਕਹਿਣਾ ਚਾਹੀਦਾ। ਜੇ ਮੈਂ ਇਹ ਕਹਾਂ ਕਿ ਸਰਕਾਰ 2000 ਰੁਪਏ ਦੇ ਨੋਟ ਦੀ ਜਗ੍ਹਾ ਦੇ ਉੱਤੇ 100 ਦੇ ਨੋਟ ਜ਼ਿਆਦਾ ਛਾਪਦੀ ਤਾਂ ਲੋਕਾਂ ਨੂੰ ਵੱਧ ਸਹੂਲਤ ਹੋਣੀ ਸੀ। ਦੋ ਕਾਰਨਾਂ ਕਰਕੇ ਵੱਧ ਸਹੂਲਤ ਹੋਣੀ ਸੀ। ਇੱਕ ਤਾਂ ਇਹ ਕਿ ਇੱਕ ਨੋਟ ਦੀ ਜਗ੍ਹਾ ਦੇ ਉੱਤੇ 20 ਨੋਟ 100 ਦੇ ਛਾਪ ਕੇ ਸਾਹਮਣੇ ਆਉਣੇ ਸਨ। ਦੂਜੀ ਸਹੂਲਤ ਉਹਦੇ 'ਚ ਇਹ ਹੋਣੀ ਸੀ ਕਿ ਉਹਨੂੰ ATM ਤੋਂ ਤੁਸੀਂ ਆਸਾਨੀ ਨਾਲ ਕਢਵਾ ਸਕਦੇ ਸੀ। ਸਰਕਾਰ ਨੇ ਕਿੰਨੀ ਤਿਆਰੀ ਕੀਤੀ, ਮੈਨੂੰ ਹੈਰਾਨੀ ਇਸ ਗੱਲ ਦੀ ਹੈ ਕਿ ਜਿਹੜੀ ਸਰਕਾਰ 10 ਮਹੀਨੇ ਤਿਆਰੀ ਕਰਦੀ ਰਹੀ, ਉਸ ਸਰਕਾਰ ਨੂੰ ਇਹ ਆਖਰੀ ਦਿਨ ਤੱਕ ਇਹ ਵੀ ਇਲਮ ਨਹੀਂ ਸੀ ਕਿ ATM ਤੋਂ 2000 ਦਾ ਨੋਟ ਜਿਹੜਾ ਉਹ ਲੋਕੀ ਕਢਵਾ ਨਹੀਂ ਸਕਣਗੇ। ਇਹਦੇ ਤੋਂ ਹੀ ਪਤਾ ਲੱਗ ਜਾਂਦਾ ਕਿ ਕਿੰਨੀ ਕਾਹਲ ਦੇ ਵਿੱਚ ਫੈਸਲਾ ਲਿਆ ਗਿਆ। ਇਹ ਗੱਲਾਂ ਜ਼ਰੂਰ। ਅਗਲੀ ਗੱਲ ਜਿਹੜੀ ਤੁਸੀਂ ਸ਼ੁਰੂ ਚ ਕੀਤੀ ਸੀ ਭ੍ਰਿਸ਼ਟਾਚਾਰ ਦੇ ਨਾਲ ਜੋੜ ਕੇ, ਮੇਰੀ ਬਿਲਕੁਲ ਮਾਨਤਾ ਇਹ ਹੈ ਕਿ ਭ੍ਰਿਸ਼ਟਾਚਾਰ ਦੇ ਰੂਪ ਦੇ ਵਿੱਚ ਜਿਹੜੀ ਕਾਲਾ ਧਨ ਪੈਦਾ ਹੁੰਦਾ ਉਹਨੂੰ ਸਿਰਫ ਤੇ ਸਿਰਫ ਨਗਦੀ ਉੱਤੇ ਵਾਰ ਕਰਕੇ ਤੁਸੀਂ ਖਤਮ ਨਹੀਂ ਕਰ ਸਕਦੇ, ਕਿਉਂਕਿ ਨਗਦੀ ਦੀ ਸ਼ਕਲ ਦੇ ਵਿੱਚ ਸੰਭਾਲੀ ਹੋਈ ਰਾਸ਼ੀ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ, ਉਹ ਕਾਲੇ ਧਨ ਦਾ ਬਹੁਤ ਛੋਟਾ ਹਿੱਸਾ ਹੀ ਹੋ ਸਕਦੀ ਹੈ। ਮਾਹਰਾਂ ਮੁਤਾਬਕ ਇਹ ਨਗਦੀ ਦੀ ਰਾਸ਼ੀ ਕਾਲੇ ਧਨ ਦਾ ਸ਼ਾਇਦ 3% ਤੋਂ ਜ਼ਿਆਦਾ ਹਿੱਸਾ ਨਹੀਂ। ਮੈਂ ਆਪਣੇ ਵੱਲੋਂ ਕੁਝ ਨਹੀਂ ਕਹਿ ਰਿਹਾ, ਮੈਂ ਜਿਹੜੇ ਆਰਥਿਕ ਮਾਹਰ ਇਹਦੇ ਉੱਤੇ ਚਰਚਾ ਕਰ ਰਹੇ ਨੇ ਉਹਨਾਂ ਦੇ ਹਵਾਲੇ ਦੇ ਨਾਲ ਕਹਿ ਰਿਹਾ। ਔਰ ਦੂਸਰੀ ਗੱਲ ਇਹ ਜਿਹੜੀ ਕਹਿਣੀ ਬਣਦੀ ਹੈ ਕਿ ਇਹ 3% ਹੀ ਕਿਉਂ ਹੈ, ਇਹ ਜ਼ਿਆਦਾ ਕਿਉਂ ਨਹੀਂ ਬਣ ਸਕਦੀ, ਕਿਉਂਕਿ ਜਿਹੜਾ ਵੀ ਬੰਦਾ ਕਾਲਾ ਧਨ ਪੈਦਾ ਕਰਨਾ ਚਾਹੁੰਦਾ ਉਹ ਕਾਲੇ ਧਨ ਨੂੰ ਐਸੀਆਂ ਥਾਵਾਂ ਦੇ ਉੱਤੇ ਇਸਤੇਮਾਲ ਕਰਦਾ ਜਿੱਥੇ ਹੋਰ ਕਾਲਾ ਧਨ ਜਨਰੇਟ ਹੋ ਸਕੇ। ਉਹ ਪ੍ਰਾਪਰਟੀ ਦੇ ਵਿੱਚ ਕਰੇਗਾ, ਉਹ ਸੋਨੇ ਦੇ ਵਿੱਚ ਕਰੇਗਾ, ਉਹ ਹੋਰ ਥਾਵਾਂ ਦੇ ਉੱਤੇ ਕਰੇਗਾ। ਇਸ ਤੋਂ ਬਿਨਾਂ ਉਹ ਐਸੀਆਂ ਜਾਲੀ ਕੰਪਨੀਆਂ ਦੇ ਵਿੱਚ ਇਸਤੇਮਾਲ ਕਰੇਗਾ ਜਿੱਥੇ ਘਾਟੇ ਦਿਖਾ ਕੇ ਵੱਧ ਕਮਾਈ ਕੀਤੀ ਜਾ ਸਕੇ, ਜਿਵੇਂ ਸਾਡੇ ਦੇਸ਼ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਕੀਤਾ। ਇਹ ਇੱਕ ਸੱਚਾਈ ਹੈ ਕਿ ਸਾਡੇ ਦੇਸ਼ ਦੇ ਵਿੱਚ ਕਾਰਪੋਰੇਟ ਜਗਤ ਦੇ ਘਾਟੇ ਵੀ ਰੋਕ ਲੈ ਜਾਂਦੇ ਨੇ, ਬੈਂਕਾਂ ਕਾਟੇ ਮਾਰ ਦਿੰਦੀਆਂ, ਪਰ ਗਰੀਬਾਂ ਨੂੰ ਸਮੱਸਿਆਵਾਂ ਬਣੀਆਂ ਰਹਿੰਦੀਆਂ। ਅੱਜ ਦੀ ਤਰੀਕ ਵਿੱਚ ਵੀ ਜੇ ਸਾਨੂੰ ਗਰੀਬ ਵੀ ਨਜ਼ਰ ਆਉਂਦੇ ਨੇ ਲਾਈਨਾਂ ਦੇ ਵਿੱਚ ਲੱਗੇ ਹੋਏ, ਅਸੀਂ ਨਾਲ ਇਹ ਵੀ ਚਰਚਾ ਕਰਦੇ ਹਾਂ ਕਿ ਉਹ ਸਾਰੇ ਗਰੀਬ ਆਪਣਾ ਪੈਸਾ ਲੈ ਕੇ ਨਹੀਂ ਗਏ ਹੋਏ, ਉਹ ਵੀ ਸ਼ਾਇਦ ਅਮੀਰਾਂ ਦਾ ਪੈਸਾ ਹੀ ਚੇਂਜ ਕਰਾਉਣ ਜਾਂ ਜਮ੍ਹਾਂ ਕਰਾਉਣ ਦੇ ਲਈ ਲੱਗੇ ਹੋਏ ਨੇ। ਤਾਂ ਇਹ ਵੀ ਇੱਕ ਸੱਚਾਈ ਹੈ ਕਿ ਤੁਸੀਂ ਜਦੋਂ ਤੱਕ ਅਸਮਾਨ ਤਾਂ ਦੇਸ਼ ਦੇ ਵਿੱਚ ਬਣੀ ਹੋਈ ਆ, ਜਦੋਂ ਤੱਕ ਨਾ ਬਰਾਬਰੀ ਬਣੀ ਹੋਈ ਆ, ਤੁਸੀਂ ਭ੍ਰਿਸ਼ਟਾਚਾਰ ਨੂੰ ਰੋਕ ਨਹੀਂ ਸਕਦੇ, ਕਿਉਂਕਿ ਭ੍ਰਿਸ਼ਟਾਚਾਰ ਦੀ ਬੇਸਿਕ ਜੜ ਇਹ ਹੈ ਕਿ ਇਸ ਦੇਸ਼ ਦੇ ਵਿੱਚ ਨਿੱਜੀ ਜਾਇਦਾਦ ਨੂੰ ਬਹੁਤ ਵੱਡੀ ਪੱਧਰ ਦੇ ਉੱਤੇ ਬੜਾਵਾ ਦਿੱਤਾ ਗਿਆ। ਔਰ ਤੁਸੀਂ ਸਮਾਜਵਾਦ ਸੰਵਿਧਾਨ ਦੇ ਵਿੱਚ ਪਾਇਆ, ਪਰ ਤੁਹਾਡੀ ਹਰ ਸਕੀਮ ਨਿੱਜੀ ਜਾਇਦਾਦ ਨੂੰ ਵਧਾਉਣ ਵਾਲੀ ਹੈ। ਔਰ ਜਦ ਤੱਕ ਨਿੱਜੀ ਜਾਇਦਾਦ ਨੂੰ ਵਧਾਉਣ ਦੀ ਬੰਦੇ ਦੇ ਮਨ ਅੰਦਰ ਲਾਲਸਾ ਹੈ,
ਉਦੋਂ ਤੱਕ ਤੁਸੀਂ ਕਦੇ ਵੀ ਕਰਪਸ਼ਨ ਤੋਂ ਫ੍ਰੀ ਸੁਸਾਇਟੀ ਦੀ ਕਲਪਨਾ ਨਹੀਂ ਕਰ ਸਕਦੇ। ਔਰ ਮੈਂ ਇਹ ਨਹੀਂ ਕਹਾਂਗਾ ਕਿ ਕਮਿਊਨਿਸਟ ਇਹਦੇ ਲਈ ਆਦਰਸ਼ ਨੇ, ਪਰ ਕਿਉਂਕਿ ਕਮਿਊਨਿਸਟਾਂ ਦੇ ਸਿਧਾਂਤ 'ਚ ਨਿੱਜੀ ਜਾਇਦਾਦ ਵਾਲੀ ਗੱਲ ਮੁਕਾਬਲਤਨ ਦੂਜਿਆਂ ਦੀ ਘੱਟ ਹੈ, ਸ਼ਾਇਦ ਇਸੇ ਕਰਕੇ ਖੱਬਾ ਮੋਰਚਾ ਸਰਕਾਰ 34 ਸਾਲਾਂ ਦੇ ਵਿੱਚ ਮੁਕਾਬਲਤਨ ਕਰਪਸ਼ਨ ਫ੍ਰੀ ਸਰਕਾਰ ਤੁਹਾਨੂੰ ਨਜ਼ਰ ਆਉਂਦੀ ਆ। ਕੇਰਲਾ ਦੇ ਵਿੱਚ ਵਾਰ-ਵਾਰ ਰਾਜ ਆਉਂਦਾ ਖੱਬੇ ਪੱਖੀਆਂ ਦਾ ਕਾਂਗਰਸ ਦੇ ਵਿਰੋਧ ਦੇ ਵਿੱਚ, ਤੁਹਾਨੂੰ ਉੱਥੇ ਕੋਈ ਵੱਡਾ ਸਕੈਂਡਲ ਨਹੀਂ ਮਿਲਦਾ। ਤ੍ਰਿਪੁਰਾ ਦੇ ਵਿੱਚ ਵਾਰ-ਵਾਰ ਸਰਕਾਰ ਖੱਬੇ ਪੱਖੀਆਂ ਦੀ ਬਣੀ, ਹੁਣ ਤਾਂ 20 ਸਾਲ ਕੰਟੀਨਿਊ ਹੋਣ ਵਾਲੇ ਨੇ, ਉੱਥੇ ਤੁਹਾਨੂੰ ਕੋਈ ਵੱਡਾ ਘੁਟਾਲਾ ਨਜ਼ਰ ਨਹੀਂ ਆਉਂਦਾ। ਇਹ ਤਜਰਬਾ ਇਹੀ ਦੱਸਦਾ ਵਾ ਤੁਹਾਡੇ ਭਾਰਤੀ ਲੋਕਤੰਤਰ ਦੇ ਵਿੱਚ ਕਿ ਜਿਨ੍ਹਾਂ ਲੋਕਾਂ ਦੇ ਮਨਾਂ ਅੰਦਰ ਨਿੱਜੀ ਜਾਇਦਾਦ ਦਾ ਸੰਕਲਪ ਮੁਕਾਬਲਤਨ ਦੂਜਿਆਂ ਨਾਲੋਂ ਵੱਖਰਾ ਵਾ, ਉਹ ਘੱਟ ਕਰਪਟ ਤੁਹਾਨੂੰ ਨਜ਼ਰ ਆਉਂਦੇ ਨੇ। ਮੈਂ ਇਹ ਨਹੀਂ ਕਹਿੰਦਾ ਕਿ ਕਮਿਊਨਿਸਟ ਕੋਈ ਬਹੁਤ ਵੱਡੀ ਕ੍ਰਾਂਤੀ ਕਰਨ ਜਾ ਰਹੇ ਨੇ, ਉਹਨਾਂ ਨੇ ਦੇਸ਼ ਦੇ ਵਿੱਚ ਤੁਰੰਤ ਕੋਈ ਸਮਾਜਵਾਦ ਲੈ ਕੇ ਆ ਜਾਣਾ, ਇੱਥੇ ਕੋਈ ਇਨਕਲਾਬ ਹੋਣ ਜਾ ਰਿਹਾ। ਮੈਂ ਸਿਰਫ ਜੋ ਸੱਚਾਈ ਹੈ ਉਹਦੇ ਆਧਾਰ ਦੇ ਉੱਤੇ ਮੈਂ ਗੱਲ ਕਰ ਰਿਹਾ। ਜੇ ਕੋਈ ਮੈਨੂੰ ਕਵੇ ਉਹ ਕਿੰਨੇ ਇਨਕਲਾਬੀ ਨੇ, ਸ਼ਾਇਦ ਮੈਂ ਤੁਹਾਡੇ ਨਾਲੋਂ ਵੀ ਵੱਧ ਜ਼ੋਰਦਾਰ ਤਰੀਕੇ ਦੇ ਨਾਲ ਕਹਾਂ ਕਿ ਸਾਡੇ ਦੇਸ਼ ਦੇ ਕਮਿਊਨਿਸਟ ਤਾਂ ਮਾਰਕਸਵਾਦ ਦੇ ਆਧਾਰ ਦੇ ਉੱਤੇ ਕੰਮ ਹੀ ਨਹੀਂ ਕਰਦੇ। ਸਾਡੇ ਦੇਸ਼ ਦੇ ਵਿੱਚ ਜਿਹੜੇ ਲੋਕ ਆਪਣੇ ਆਪ ਨੂੰ ਮਾਓਵਾਦੀ ਕਹਿੰਦੇ, ਉਹਨਾਂ ਨੂੰ ਤੇ ਮਾਓਵਾਦੀ ਸਿਧਾਂਤ ਦਾ ਹੀ ਇਲਮ ਨਹੀਂ, ਉਹ ਇੱਕ ਅਲੱਗ ਗੱਲਾਂ ਨੇ। ਪਰ ਜੇ ਕਰਪਸ਼ਨ ਦੇ ਸਵਾਲ ਤੇ ਗੱਲ ਕਰੀਏ ਤਾਂ ਇਹ ਇੱਕ ਸੱਚਾਈ ਐਸਟੈਬਲਿਸ਼ ਹੋਈ ਹੈਗੀ। ਇਹ ਸੱਚਾਈ ਭ੍ਰਿਸ਼ਟਾਚਾਰ ਦੇ ਵਿਰੁੱਧ ਲੜਨ ਵਾਲੇ ਕੇਜਰੀਵਾਲ ਦਿੱਲੀ ਵਿੱਚ ਵੀ ਸਥਾਪਿਤ ਨਹੀਂ ਕਰ ਸਕੇ, ਕਿਉਂਕਿ ਤੁਹਾਨੂੰ ਉੱਥੇ ਵੀ ਕਈ ਮੰਤਰੀ ਇੰਨੇ ਸਮੇਂ ਦੇ ਵਿੱਚ ਇਸ ਕਰਕੇ ਸੱਤਾ ਤੋਂ ਬਾਹਰ ਕਰਨੇ ਪਏ ਨੇ ਕਿ ਉਹਨਾਂ ਦੇ ਉੱਤੇ ਬਿਲਡਰਾਂ ਨਾਲ ਰਲ ਜਾਣ ਦੇ, ਹੋਰ ਥਾਵਾਂ ਦੇ ਉੱਤੇ ਕਰਪਸ਼ਨ ਦੇ ਕੇਸ ਲੱਗੇ ਨੇ, ਔਰ ਕੇਜਰੀਵਾਲ ਸਾਹਿਬ ਉਹਨਾਂ ਨੂੰ ਬਖਸ਼ਣਗੇ ਨਹੀਂ। ਇਹ ਨਾਰਾ ਤਾਂ ਤੁਸੀਂ ਦੇ ਸਕਦੇ ਹੋ, ਪਰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਭ੍ਰਿਸ਼ਟਾਚਾਰ ਦੇ ਕੇਸ ਨਹੀਂ ਆਏ। ਇਹ ਹੀ ਇੱਕ ਫਰਕ ਹੈ। ਔਰ ਜਦੋਂ ਤੱਕ ਇਹ ਕਨਸੈਪਟ ਰਹਿਣਗੇ ਨਿੱਜੀ ਜਾਇਦਾਦ ਵਾਲੇ, ਉਦੋਂ ਤੱਕ ਕਰਪਸ਼ਨ ਵੀ ਰਹੇਗੀ। ਇਹਦਾ ਸਿੱਧਾ ਅਰਥ ਹੈ ਜਦੋਂ ਤੱਕ ਪੂੰਜੀਵਾਦ ਰਹੇਗਾ, ਜਦੋਂ ਤੱਕ ਕਾਰਪੋਰੇਟ ਜਗਤ ਰਹੇਗਾ, ਜਦੋਂ ਤੱਕ ਪੂੰਜੀਵਾਦੀ ਵਿਸ਼ਵੀਕਰਨ ਰਹੇਗਾ, ਉਦੋਂ ਤੱਕ ਕਰਪਸ਼ਨ ਕਿਸੇ ਨਾ ਕਿਸੇ ਸ਼ਕਲ 'ਚ ਰਹੇਗੀ। ਔਰ ਇਹ ਵੱਡੇ ਮੁਲਕਾਂ 'ਚ ਵੀ ਨਜ਼ਰ ਆਉਂਦੀ ਹੈ, ਬੇਸ਼ੱਕ ਉਹ ਸਾਡੇ ਵਰਗੀ ਨਹੀਂ ਹੈ। ਇਸ ਸੱਚਾਈ ਨੂੰ ਤੁਸੀਂ ਕੈਨੇਡਾ 'ਚ ਬੈਠੇ ਜਾਣ ਸਕਦੇ ਹੋ, ਜਿਹੜੇ ਅਮਰੀਕਾ ਦੇ ਸਾਡੇ ਦੋਸਤ ਸੁਣ ਰਹੇ ਨੇ ਉਹ ਵੀ ਜਾਣ ਸਕਦੇ ਨੇ। ਟਰੰਪ ਨੇ ਕਿਵੇਂ ਜਾਇਦਾਦਾਂ ਬਣਾਈਆਂ ਉਹਦੇ ਬਾਰੇ ਬਹੁਤੇ ਅੰਕੜੇ ਤੁਹਾਨੂੰ ਪਹਿਲਾਂ ਵੀ ਕਈ ਵਾਰੀ ਅਖਬਾਰਾਂ ਦੇ ਵਿੱਚ ਆ ਚੁੱਕੇ ਨੇ। ਇਹਦੇ ਬਾਵਜੂਦ ਲੋਕਾਂ ਨੇ ਉਹਨਾਂ ਨੂੰ ਵੋਟ ਵੀ ਪਾਈ, ਇਹ ਵੀ ਇੱਕ ਸੱਚਾਈ। ਔਰ ਮੈਨੂੰ ਲੱਗਦਾ ਕਰਪਸ਼ਨ ਫ੍ਰੀ ਸੁਸਾਇਟੀ ਦੀ ਕਲਪਨਾ ਸਮਾਜ ਦੇ ਵਿੱਚ ਪੂੰਜੀਵਾਦ ਦੇ ਅਧੀਨ ਮੁਸ਼ਕਲ ਹੈ। ਤੁਸੀਂ ਅਪਵਾਦ ਲੱਭ ਸਕਦੇ ਹੋ ਕਿ ਇੱਕ ਇਮਾਨਦਾਰ ਬੰਦਾ ਪਾਰਲੀਮੈਂਟ 'ਚ ਆ ਗਿਆ, ਇੱਕ ਇਮਾਨਦਾਰ ਬੰਦਾ ਪ੍ਰਧਾਨ ਮੰਤਰੀ ਬਣ ਗਿਆ, ਡਾਕਟਰ ਮਨਮੋਹਨ ਸਿੰਘ ਵਾਂਗ, ਇੱਦਾਂ ਦੀਆਂ ਕੁਝ ਤੁਸੀਂ ਉਦਾਹਰਨਾਂ ਜ਼ਰੂਰ ਲੱਭ ਸਕਦੇ ਹੋ। ਕਰਪਸ਼ਨ ਫ੍ਰੀ ਸੁਸਾਇਟੀ ਦੀ ਕਲਪਨਾ ਨਹੀਂ ਕਰ ਸਕਦੇ। ਸਵਾਲ ਇੱਥੇ ਇਹ ਨਹੀਂ ਹੈ ਕਿ ਕਿਹੜੀ ਪਾਰਟੀ ਸੁਸਾਇਟੀ ਨੂੰ ਕਰਪਸ਼ਨ ਫ੍ਰੀ ਬਣਾ ਸਕਦੀ ਹੈ। ਆਈ ਥਿੰਕ ਸਵਾਲ ਇੱਥੇ ਇਹ ਹੀ ਆ ਕਿ ਕਿਹੜੀ ਪੋਲੀਟੀਕਲ ਪਾਰਟੀ ਲੋਕਾਂ ਨੂੰ ਇਹ ਵਿਸ਼ਵਾਸ ਦਿਵਾ ਸਕਦੀ ਆ ਕਿ ਅਸੀਂ ਕਰਪਸ਼ਨ ਫ੍ਰੀ ਆ, ਜਾਂ ਅਸੀਂ ਕਰਪਸ਼ਨ ਫ੍ਰੀ ਸਮਾਜ ਦੀ ਰਚਨਾ ਕਰ ਸਕਦੇ ਹਾਂ। ਪਿਛਲੀ ਵਾਰ ਕੇਜਰੀਵਾਲ ਸਾਹਿਬ ਨੂੰ ਇਹ ਮੌਕਾ ਮਿਲਿਆ ਸੀ ਤੇ ਉਹਨਾਂ ਨੇ ਇਹਦਾ ਇਸਤੇਮਾਲ ਕਰਦੇ ਹੋਏ ਇੱਕ ਵੱਡੀ ਜਿੱਤ ਹਾਸਿਲ ਕੀਤੀ ਸੀ। ਕਿ ਮੈਂ ਸੀਪੀ ਸਿੰਘ, ਦਿਲਰਾਜ ਸਿੰਘ ਤੇ ਅਜੀਤ ਜੀ ਤੋਂ ਵੀ ਇਹ ਜ਼ਰੂਰ ਜਾਨਣਾ ਚਾਹੂੰਗਾ ਕਿ ਮੋਦੀ ਸਾਹਿਬ ਜਾਂ ਬੀਜੇਪੀ यूपी ਅਤੇ ਇਲੈਕਸ਼ਨ ਵਿੱਚ ਜੋ ਕਰਪਸ਼ਨ ਨਾਲ ਇੱਕ ਲੜਾਈ ਚਾਲੂ ਕੀਤੀ ਆ ਬਲੈਕ ਮਨੀ ਦੇ ਨਾਂ ਤੇ, ਨੋਟਬੰਦੀ ਦੇ ਨਾਂ ਤੇ, ਉਹਦਾ ਫਾਇਦਾ ਮੋਦੀ ਸਾਹਿਬ ਅਤੇ ਬੀਜੇਪੀ ਨੂੰ यूपी ਅਤੇ ਪੰਜਾਬ ਦੀ ਇਲੈਕਸ਼ਨ 'ਚ ਮਿਲੂਗਾ, ਜਾਂ ਫਿਰ ਅਜੇ ਇਹ ਕਹਿਣਾ ਕਿ ਮਿਲੂਗਾ ਸ਼ਾਇਦ ਛੇਤੀ ਆ? ਬਿਲਕੁਲ ਹਰਪ੍ਰੀਤ ਜੀ, ਜਿਹੜਾ ਹਜੇ ਇਹ ਚੀਜ਼ ਡਿਸੀਜਨ ਲੈਣਾ ਇਹ ਬਹੁਤ ਛੇਤੀ ਹੈ। नो डाउट ਇਹ ਮੂਵ ਅੱਛੀ ਸੀ, ਇੰਪਲੀਮੈਂਟੇਸ਼ਨ ਦੇ ਵਿੱਚ ਪ੍ਰੋਬਲਮ ਆ ਰਹੀ ਵੀ ਹੈ, ਕਿਤੇ ਨਾ ਕਿਤੇ ਮੂਵ ਬਹੁਤ ਅੱਛੀ ਸੀ, ਉਸ ਚੀਜ਼ ਨੂੰ ਸਲਾਇਆ ਵੀ ਗਿਆ ਸੀ, ਲੇਕਿਨ ਹਲੇ ਕੁਝ ਤਬਕਾ ਇਹ ਵੀ ਹੈ ਕਿ ਹਲੇ ਉਹ ਦੇਖ ਰਿਹਾ ਹੈ ਕਿ ਇੱਕ ਪ੍ਰੋਪਰ ਇੰਪਲੀਮੈਂਟੇਸ਼ਨ ਹੋ ਜਾਏ, ਔਰ ਉਹਨਾਂ ਨੂੰ ਲੱਗਦਾ ਵੀ ਹੈ ਕਿ ਪ੍ਰੋਪਰ ਇੰਪਲੀਮੈਂਟੇਸ਼ਨ ਹੋ ਜਾਏਗੀ, ਲੇਕਿਨ ਕਿਸ ਤਰ੍ਹਾਂ ਹੋਏਗੀ, ਕੀ ਮਾਪਦੰਡ ਹਲੇ ਹਰ ਇੱਕ ਦਿਨ ਨਵੀਂ ਚੇਂਜ ਲੈ ਕੇ ਕੋਈ ਸਟੇਟਮੈਂਟ ਆਉਂਦੀ ਹੈ ਜਿਹੜੀ ਕਿ ਕੁਝ ਬੈਟਰਮੈਂਟ ਵਾਸਤੇ ਹੀ ਹੁੰਦੀ ਹੈ। ਡੇਲੀ ਜਿਹੜੀਆਂ ਕੋਈ ਪ੍ਰੋਬਲਮ ਆਉਂਦੀਆਂ ਉਹਨੂੰ ਐਨਾਲਾਈਜ਼ ਕਰਕੇ ਉਸਨੂੰ ਰੈਕਟੀਫਾਈ ਕੀਤਾ ਜਾਂਦਾ ਹੈ। ਕਿਤੇ ਨਾ ਕਿਤੇ ਮੂਵ ਬਹੁਤ ਅੱਛੀ ਸੀ ਔਰ ਮੂਵ ਨੂੰ ਫਾਇਦਾ ਵੀ ਮਿਲੇਗਾ, ਲੇਕਿਨ ਹਲੇ ਥੋੜਾ ਜਿਹਾ ਅਰਲੀ ਹੈ ਇਸ ਚੀਜ਼ ਨੂੰ, ਕਿਉਂਕਿ 50 ਦਿਨ ਹੋ ਜਾਣ ਦਿਓ। 50 ਦਿਨ ਹੋਣ ਤੋਂ ਬਾਅਦ ਕੀ ਇਸ ਦੇ ਉੱਪਰ ਪ੍ਰੋਬਲਮਸ ਨੂੰ ਸੋਲਵ ਕੀਤਾ ਗਿਆ, ਜਾਂ ਪ੍ਰੋਬਲਮ ਜਿਹੜੀਆਂ ਹੋਰ ਕਰੰਸੀ ਨੂੰ ਲੈ ਕੇ ਆਈਆਂ, ਜਿਸ ਤਰ੍ਹਾਂ ਸ਼ਬੀਰ ਜੀ ਨੇ ਕਿਹਾ ਕਿ 100 ਦੇ ਨੋਟ ਛਪੇ, 500 ਦੇ ਨੋਟ ਆ ਗਏ ਨੇ ਮਾਰਕੀਟ ਦੇ ਵਿੱਚ, ਜਿਹੜੇ ਛੋਟੀ ਕਰੰਸੀ ਆਉਣ ਦੇ ਨਾਲ
ਜਿਹੜਾ ਪ੍ਰੋਬਲਮ ਡੇਲੀ ਨੀਡਸ ਦੀਆਂ ਪ੍ਰੋਬਲਮ ਆ ਰਹੀਆਂ ਸੀ ਉਹ ਕਵਰ ਅਪ ਹੋ ਜਾਣਗੀਆਂ। तो ओवरऑल कितना किते इलेक्शन ते इंपैक्ट जरूर पेगा, बट हाले थोड़ा जा अर्ली है जे ਅਸੀਂ ਇਸ ਨੂੰ ਥੋੜਾ ਜਿਹਾ ਹੋਰ ਵੇਟ ਕਰਕੇ ਦੇਖੀਏ, ਕਿਉਂਕਿ ਦੇਖੋ ਜੇ ਕੱਲ ਜਿਹੜੀ ਸਟੇਟਮੈਂਟ ਆਈ ਹੈ ਫਾਰਮਰਸ ਨੂੰ ਸੀਡ ਖਰੀਦਣ ਵਾਸਤੇ ਪੁਰਾਣੀ ਕਰੰਸੀ ਯੂਜ਼ ਕਰਨ ਵਾਸਤੇ ਕਹਿ ਦਿੱਤਾ ਗਿਆ ਜਾਂ ਹੋਰ ਵਿਆਹਾਂ ਸ਼ਾਦੀਆਂ ਵਾਸਤੇ ਵੀ ਹੋਰ ਇਹਨਾਂ ਨੇ ਥੋੜੀ ਜਿਹੀ ਢਿੱਲ ਦਿੱਤੀ ਸੀ, ਇਦਾਂ ਦੇ ਹੋਰ ਡਿਸੀਜਨ ਵੀ ਆਣਗੇ। ਲੇਕਿਨ ਓਵਰऑल ਫੁੱਲ ਇੰਪੈਕਟ ਤੇ ਅਗਰ ਅਸੀਂ ਨਜ਼ਰ ਮਾਰੀਏ ਤਾਂ ਬਹੁਤ ਅੱਛਾ ਮੂਵ ਸੀ ਔਰ ਇਹਦਾ ਫਾਇਦਾ ਬਿਲਕੁਲ ਮਿਲੇਗਾ। ਹਰਪ੍ਰੀਤ ਜੀ ਗੱਲ ਇਸ ਤਰ੍ਹਾਂ ਹੈ ਕਿ ਸਿਧਾਂਤਕ ਗੱਲਾਂ ਜਿਹੜੀਆਂ ਹੈਗੀਆਂ ਜਾਂ ਫਿਲਾਸਫੀਕਲ ਗੱਲਾਂ ਉਹ ਇੱਕ ਵੱਖਰੀਆਂ ਰਹਿ ਜਾਂਦੀਆਂ ਨੇ। ਵੇਖਣ ਵਾਲੀ ਚੀਜ਼ ਇਹ ਹੈ ਕਿ ਦਿੱਲੀ ਦੇ ਵਿੱਚ ਇਸ ਵਕਤ ਕੇਜਰੀਵਾਲ ਦੀ ਸਰਕਾਰ ਜਿਹੜੀ ਹੈਗੀ ਉਹਦੀ ਰੇਟਿੰਗ ਭਾਵੇਂ ਬਹੁਤ ਥੱਲੇ ਆ ਚੁੱਕੀ ਹੈ, ਪਰ ਸਟਿਲ ਉਹਨਾਂ ਦਾ ਜਿਹੜਾ ਇੱਕ ਇਮਾਨਦਾਰ ਸਰਕਾਰ ਦੇਣ ਦਾ, ਕਰਪਸ਼ਨ ਫ੍ਰੀ ਸਰਕਾਰ ਦੇਣ ਦਾ ਇੱਕ ਜਿਹੜਾ ਪ੍ਰਭਾਵ ਬਣਿਆ ਹੈ, ਲੋਕਾਂ 'ਚ ਪਰਸੈਪਸ਼ਨ ਬਣੀ ਹੈ, ਉੱਥੇ ਉਹਦੀ ਕਿੰਨੀ ਆਲੋਚਨਾ ਹੋਣ ਦੇ ਬਾਵਜੂਦ ਵੀ ਅਜੇ ਇੱਥੇ ਪੰਜਾਬ 'ਚ ਬਰਕਰਾਰ ਹੈ। ਇਹਦਾ ਭਾਵ ਹੈ ਕਿ ਲੋਕਾਂ ਦੇ ਵਿੱਚ ਜਿਹੜਾ ਇੱਕ ਵਾਰੀ ਪ੍ਰਭਾਵ ਚਲਾ ਜਾਂਦਾ ਹੈ ਉਹ ਇੰਨੀ ਛੇਤੀ ਆਮ ਲੋਕਾਂ ਦੇ ਮਨਾਂ ਦੇ ਵਿੱਚ, ਕਿਉਂਕਿ ਸਾਰੇ ਲੋਕ ਇੰਨਾ ਡੂੰਘਾ ਵਿਸ਼ਲੇਸ਼ਣ ਨਹੀਂ ਕਰਦੇ, ਸਾਰੇ ਲੋਕ ਜਿਹੜਾ ਹੈਗਾ ਉਹਨੂੰ ਇਸ ਤਰ੍ਹਾਂ ਇੰਟੈਲੈਕਚੁਅਲ ਪੱਧਰ ਦੇ ਉੱਤੇ ਤੋਲਦੇ ਨਹੀਂ ਹੈਗੇ ਜਿੱਕਣਾ ਸ਼ਬਦੀਸ਼ ਜੀ ਗੱਲ ਕਰ ਰਹੇ ਸੀ। ਇਸ ਚੀਜ਼ ਕਰਕੇ ਕੀ ਹੁੰਦਾ ਕਿ ਜੇ ਤੁਸੀਂ ਇੱਕ ਮੂਵ ਨੂੰ ਲੋਕਾਂ ਦੇ ਮਨਾਂ 'ਚ ਇੱਕ ਵਾਰ ਉਤਾਰ ਦਿਓ ਤੇ ਉੱਥੋਂ ਆਮ ਪਬਲਿਕ ਦੇ ਵਿੱਚ ਮਨਾਂ ਵਿੱਚੋਂ ਇੰਨੀ ਛੇਤੀ ਨਹੀਂ ਨਿਕਲਦੀ ਹੈਗੀ। ਸੋ ਜੇ ਪੰਜਾਬ ਦੀਆਂ ਫੇਰੀਆਂ ਦੇ ਵਿੱਚ ਮੋਦੀ ਸਾਹਿਬ ਇਸ ਚੀਜ਼ ਨੂੰ ਕਿ ਅਸੀਂ ਬਹੁਤ ਵੱਡੇ ਬਲੈਕ ਮਨੀ ਨੂੰ ਨੱਥ ਪਾ ਰਹੇ ਹਾਂ ਜਾਂ ਪਾਉਣ 'ਚ ਕਾਮਯਾਬ ਹੋ ਰਹੇ ਹਾਂ, ਜਾਂ ਅਸੀਂ ਉਸ ਰਸਤੇ ਤੇ ਤੁਰ ਰਹੇ ਹਾਂ ਜਿੱਥੇ ਜਿਹੜੇ ਅਮੀਰ ਲੋਕਾਂ ਨੇ ਪੈਸਾ ਦਬਾ ਕੇ ਰੱਖਿਆ ਉਹ ਕੱਢ ਕੇ ਗਰੀਬ ਲੋਕਾਂ ਦੇ ਕੰਮ ਆਏਗਾ, ਅਸੀਂ ਬੈਂਕਾਂ 'ਚੋਂ ਕਰਜ਼ੇ ਸਸਤੇ ਕਰਾਂਗੇ, ਤਾਂ ਉਹਦਾ ਕਾਫੀ ਵੱਡਾ ਪ੍ਰਭਾਵ ਵੀ ਪੈ ਸਕਦਾ। ਮੈਂ ਨਹੀਂ ਕਹਿੰਦਾ ਕਿ ਅੱਜ ਹੀ ਪੈ ਚੁੱਕਿਆ ਹੈ, ਪਰ ਉਹਦੀ ਜਿਹੜੀ ਅਸਰ ਹੋਏਗਾ ਉਹ ਇੰਨੀ ਛੇਤੀ ਜਿਹੜੀਆਂ ਇਸ ਸਕੀਮ 'ਚ ਘਾਟਾਂ ਵੀ ਨਜ਼ਰ ਆਉਣਗੀਆਂ, ਫਿਰ ਉਹਨਾਂ ਦੇ ਘਾਟਾਂ ਨਜ਼ਰ ਆਉਣ ਦੇ ਬਾਵਜੂਦ ਵੀ ਉਸ ਪ੍ਰਭਾਵ ਨੂੰ ਇੰਨੀ ਛੇਤੀ ਹਟਾਇਆ ਨਹੀਂ ਜਾ ਸਕੇਗਾ, ਕਿਉਂਕਿ ਇਹਦੀ ਮਿਸਾਲ ਜਿਹੜੀ ਹੈਗੀ ਉਹ ਕੇਜਰੀਵਾਲ ਸਾਹਿਬ ਦਾ ਜਿਹੜਾ ਇੱਕ ਚਿਹਰਾ ਬਣਿਆ ਪੰਜਾਬ ਦੇ ਵਿੱਚ ਉਹ ਤੋਂ ਭਲੀ ਭਾਂਤ ਸਪਸ਼ਟ ਹੁੰਦਾ ਹੈ। ਉੱਥੇ ਉਹਨਾਂ ਦੀਆਂ ਕਿੰਨੀਆਂ ਹੀ ਖਾਮੀਆਂ ਨਜ਼ਰ ਆਉਣ, ਪਰ ਪੰਜਾਬ ਵਿੱਚ ਅੱਜ ਵੀ ਉਹ ਇੱਕ ਤਰ੍ਹਾਂ ਦੇ ਏਦਾਂ ਲੱਗਦਾ ਕਿ ਕਰਪਸ਼ਨ ਫ੍ਰੀ ਸਰਕਾਰ ਦੇਣ ਵਾਲੇ ਇਨਸਾਨ ਹੋ ਸਕਦੇ ਨੇ। ਹਰਪ੍ਰੀਤ ਜੀ ਡੈਫੀਨੇਟਲੀ ਜਿੱਦਾਂ ਮੈਂ ਪਹਿਲੇ ਵੀ ਕਿਹਾ ਵਾ ਕਿ ਮੈਨੂੰ ਪਰਸਨਲ ਤੌਰ ਤੇ ਲੱਗਦਾ ਕਿ ਇਹ ਫਾਇਦਾ ਕਿਤੇ ਨਾ ਕਿਤੇ ਬੀਜੇਪੀ ਨੂੰ ਸਿਰਫ ਸ਼ਹਿਰੀ ਵਿੱਚ ਨਹੀਂ ਪੇਂਡੂ ਏਰੀਆ ਦੇ ਵਿੱਚ ਵੀ ਡੈਫੀਨੇਟਲੀ ਹੈਲਪ ਕਰੇਗਾ ਹੀ ਕਰੇਗਾ, ਚਾਹੇ ਪੰਜਾਬ ਹੈ ਚਾਹੇ ਯੂਪੀ ਦਾ ਇਲੈਕਸ਼ਨ ਹੈ, 100% ਇਹਦਾ ਫਾਇਦਾ ਹੋਏਗਾ। ਉਸ ਦਿਨ ਆਪਾਂ ਜਿਹੜੀ ਡਿਬੇਟ ਕਰਦੇ ਪਏ ਸੀਗੇ, ਕਈ ਮੇਰੇ ਸਾਥੀ ਪੈਨਲਿਸਟ ਕਹਿੰਦੇ ਪਏ ਸੀਗੇ ਕਿ ਲੋਕੀ ਲਾਈਨਾਂ 'ਚ ਲੱਗ ਕੇ ਖੁਸ਼ ਨਹੀਂ ਹੈ। ਆਪਾਂ ਦਿੱਲੀ ਦੇ ਵਿੱਚ ਲਾਈਵ ਡਿਬੇਟ ਕਰਕੇ, ਲਾਈਵ ਲੋਕਾਂ ਨਾਲ ਗੱਲਬਾਤ ਕਰਕੇ ਮੈਜੋਰਿਟੀ ਬੰਦਿਆਂ ਨੇ ਇਹੀ ਕਿਹਾ ਕਿ ਹਾਂ ਫੈਸਲਾ ਮੋਦੀ ਸਾਹਿਬ ਦਾ ਬਿਲਕੁਲ ਸਹੀ ਹੈ, ਮੈਜੋਰਿਟੀ ਨੇ। ਤੇ ਮੈਨੂੰ ਪਰਸਨਲ ਤੌਰ ਤੇ ਜਿੰਨੇ ਜਣਿਆਂ ਨੇ ਮੇਰੀ ਵੀ ਹਜੇ ਤੱਕ ਗੱਲ ਹੋਈ ਹੈ, ਆਮ ਤੌਰ ਤੇ ਪੱਤਰਕਾਰ ਹੋਣ ਦੇ ਨਾਤੇ ਪਿੰਡਾਂ ਦੇ ਵਿੱਚ ਜਾਂਦੇ ਰਹਿੰਦੇ ਆ, ਲੋਕਾਂ ਨਾਲ ਗੱਲਬਾਤ ਕਰਦੇ ਰਹਿੰਦੇ ਆ, ਮੈਜੋਰਿਟੀ ਲੋਕ ਇਸ ਫੈਸਲੇ ਨੂੰ ਸਹੀ ਸਟੀਕ ਦੱਸਦੇ ਪਏ ਆ। ਪਰੇਸ਼ਾਨੀਆਂ ਆਈਆਂ ਜਦੋਂ ਏਡਾ ਵੱਡਾ ਫੈਸਲਾ ਲਿਆ ਜਾਂਦਾ। ਮੈਂ ਹਮੇਸ਼ਾ ਕਹਿੰਦਾ 125 ਕਰੋੜ ਦਾ ਦੇਸ਼ ਹੈਗਾ ਵਾ ਤੇ ਕੁਝ ਲੈਪਸਿਸ ਰਹਿ ਜਾਂਦੇ ਆ, ਹਰ ਚੀਜ਼ ਇੱਕ ਮਿੰਟ ਦੇ ਵਿੱਚ ਇੰਪਲੀਮੈਂਟ ਨਹੀਂ ਹੋ ਸਕਦੀ। ਕੋਸ਼ਿਸ਼ ਕਰਦੇ ਪਏ ਆ, ਹੋਰ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜਦੋਂ ਸਾਰਾ ਕੁਝ ਸਟ੍ਰੀਮਲਾਈਨ ਆ ਜਾਏਗਾ ਤੇ ਜਿਹੜੇ ਲੋਕ ਨਾ ਖੁਸ਼ ਵੀ ਹੈਗੇ ਆ, ਮੈਂ ਕਹਾਂਗਾ ਉਹ ਵੀ ਕਿਤੇ ਨਾ ਕਿਤੇ ਖੁਸ਼ ਹੋਣਗੇ ਇਸ ਫੈਸਲੇ ਤੋਂ। ਬਹੁਤ ਵੱਡਾ ਫੈਸਲਾ ਸੀ ਤੇ ਡੈਫੀਨੇਟਲੀ ਉਹਦਾ ਫਾਇਦਾ ਬੀਜੇਪੀ ਗਵਰਨਮੈਂਟ ਨੂੰ ਹੁੰਦਾ ਦਿਖਦਾ ਪਿਆ। ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਇਸ ਗੱਲਬਾਤ ਨੂੰ ਹੋਰ ਜਾਰੀ ਰੱਖੀਏ। ਜਾਣ ਤੋਂ ਪਹਿਲਾਂ ਦਰਸ਼ਕਾਂ ਨੂੰ ਇਹ ਜ਼ਰੂਰ ਦੱਸਣਾ ਚਾਹਾਂਗੇ ਕਿ ਜਿੱਦਾਂ ਸਾਡੀ ਟੀਮ ਨੇ ਇੱਕ ਉਪਰਾਲਾ ਕੀਤਾ ਸੀ ਦਿੱਲੀ ਤੋਂ ਲਾਈਵ ਪੱਖ ਦੀਆਂ ਖਬਰਾਂ 'ਚ ਤੁਸੀਂ ਦਿੱਲੀ ਦੇ ਲੋਕਾਂ ਦੀ ਬੈਂਕ 'ਚ ਲੱਗੇ ਉਹ ਲੋਕ ਜੋ ਪੈਸੇ ਕਢਾਉਣ ਵਾਸਤੇ ਜਾਂ ਪੈਸੇ ਜਮ੍ਹਾਂ ਕਰਾਉਣ ਵਾਸਤੇ ਲੱਗੇ ਸੀ, ਉਹਨਾਂ ਨਾਲ ਤੁਹਾਡੀ ਗੱਲਬਾਤ ਕਰਵਾਈ ਹੈ। ਕੱਲ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਲਾਈਵ ਕਵਰੇਜ ਬੈਂਕਾਂ ਦੀ ਜ਼ਰੂਰ ਦਿਖਾਈਏ। ਵਾਅਦਾ ਨਹੀਂ ਕਰਦੇ ਕਿਉਂਕਿ ਕਈ ਵਾਰ ਸਾਡਾ ਇਸ ਸ਼ੋਅ ਦਾ ਨਾ ਹੀ ਪੱਖ ਦੀਆਂ ਖਬਰਾਂ ਵਾ, ਕੋਈ ਮੁੱਦੇ ਇਦਾਂ ਦੇ ਆ ਜਾਂਦੇ ਆ ਕਿ ਅਸੀਂ ਉਹ ਲਾਈਵ ਕਵਰੇਜ ਵਾਲਾ ਸਾਨੂੰ ਜੋ
ਅਸੀਂ ਦਿਖਾਉਣਾ ਚਾਹੁੰਦੇ ਸੀ ਉਹਨੂੰ ਪੋਸਟਪੋਨ ਕਰਨਾ ਪੈਂਦਾ ਹੈ। ਪਰ ਜੇ ਕੋਈ ਹੋਰ ਮੁੱਦੇ ਨਹੀਂ ਆਏ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕੱਲ ਦੂਜੇ ਪਾਰਟ ਵਿੱਚ ਤੁਹਾਨੂੰ ਬੈਂਕਾਂ ਦੀ ਅੱਜ ਉੱਥੇ ਕੀ ਸਥਿਤੀ ਆ ਤੇ ਲੋਕਾਂ ਦੀ ਕੀ ਸੋਚ ਆ, ਕਿਉਂਕਿ ਦਿਨ ਕਾਫੀ ਹੋ ਚੁੱਕੇ ਨੇ ਤੇ ਕਿਤੇ ਨਾ ਕਿਤੇ ਲੋਕਾਂ ਦਾ ਗੁੱਸਾ ਮੋਦੀ ਸਾਹਿਬ ਦੇ ਵੱਲ ਵੱਧਦਾ ਜਾ ਰਿਹਾ ਹੈ। ਪਰ ਗਰਾਊਂਡ ਜ਼ੀਰੋ ਦੀ ਕੀ ਰਿਪੋਰਟ ਆ ਇਹ ਤੁਹਾਨੂੰ ਅਸੀਂ ਕੱਲ ਤੋਂ ਲਾਈਵ ਦਿੱਲੀ ਤੋਂ ਜਾਂ ਜ਼ਰੂਰ ਵਿਖਾਵਾਂਗੇ। ਇਹਦੇ ਨਾਲ ਹੀ ਮੈਨੂੰ, ਅਜੀਤ ਜੀ ਨੂੰ, ਸਬਦੀਸ਼ ਜੀ ਨੂੰ, ਦਿਲਰਾਜ ਜੀ ਨੂੰ, ਸੀਪੀ ਸਿੰਘ ਜੀ ਨੂੰ ਦੋ ਇਜਾਜ਼ਤ। ਧੰਨਵਾਦ।